ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਬੇਟਾ ਗੱਲ ਕਰਾਂਗੇ ਸਾਇੰਸ ਦੇ ਇੱਕ ਹੋਰ ਟੌਪਿਕ ਤੁਹਾਡੀ NTSC ਲਈ, ਪਰਮਾਣੂ ਅਤੇ ਅਣੂ ਦੀ। ਐਟਮਸ ਐਂਡ ਮੋਲੀਕਿਊਲ। ਵੈਸੇ ਇਹ ਚੈਪਟਰ ਤੁਸੀਂ 9ਵੀਂ ਦੀ ਸਾਇੰਸ ਵਿੱਚ ਪੜ੍ਹ ਕੇ ਆਏ ਹੋ, ਪਰ ਇਹਦੀ ਰਿਵੀਜ਼ਨ ਤੁਹਾਡੀ ਹੋ ਜਾਣੀ ਹੈ ਅਤੇ ਤੁਹਾਨੂੰ ਇੰਪੋਰਟੈਂਟ ਟੌਪਿਕ ਆ ਜਿਹੜੇ ਇਹਦੇ ਵਿੱਚ ਜਿਹੜੇ ਡਿਸਕਸ ਕਰਨੇ ਆਪਾਂ ਅੱਜ, ਉਹਨਾਂ ਬਾਰੇ ਪਤਾ ਲੱਗ ਜਾਣਾ ਵੀ ਕੀ ਇੰਪੋਰਟੈਂਟ ਟੌਪਿਕ ਆ ਤੁਹਾਡੇ ਜਿਹੜੇ ਤੁਸੀਂ 9ਵੀਂ ਦੇ ਵਿੱਚ ਪੜ੍ਹੇ ਸੀ। ਬਸ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਨੇ ਸੀਗੇ। ਹਾਂਜੀ, ਸ਼ੁਰੂ ਤੋਂ ਹੀ ਸਟਾਰਟ ਕਰਾਂਗੇ ਬੇਟਾ ਪਰਮਾਣੂ ਤੋਂ। ਠੀਕ ਹੈ, ਇਸ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਪਰਮਾਣੂ ਦੀ ਹੋਈ ਸੀ। ਕੀ ਹੁੰਦੇ ਆ ਬੇਟਾ ਪਰਮਾਣੂ? ਡੈਫੀਨੇਸ਼ਨ ਆਪਾਂ ਪੜ੍ਹਦੇ ਹਾਂ। ਉਹ ਨਾ ਵੰਡਣਯੋਗ, ਜਿਨ੍ਹਾਂ ਨੂੰ ਅੱਗੇ ਨਹੀਂ ਵੰਡਿਆ ਜਾ ਸਕਦਾ, ਛੋਟੇ ਤੋਂ ਛੋਟੇ ਕਣ ਜਿਨ੍ਹਾਂ ਤੋਂ ਮਿਲ ਕੇ ਪਦਾਰਥ ਬਣਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਵੀ ਪਰਮਾਣੂ। ਠੀਕ ਹੈ, ਵੱਖ-ਵੱਖ ਸਾਇੰਟਿਸਟਾਂ ਨੇ ਕਿਹਾ ਸੀ ਵੀ ਪਦਾਰਥ ਆ ਜਿਹੜੇ ਉਹ ਛੋਟੇ ਤੋਂ ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ, ਜਿਹੜੇ ਅੱਗੇ ਨਹੀਂ ਵੰਡੇ ਜਾ ਸਕਦੇ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਵੀ ਪਰਮਾਣੂ। ਠੀਕ ਹੈ, ਜਿਹੜਾ ਪਰਮਾਣੂ ਦਾ ਅਰਧ ਵਿਆਸ ਹੁੰਦਾ ਹੈ, ਪਰਮਾਣੂ ਜੇ ਆਪਾਂ ਸਫੈਰੀਕਲ ਲੈ ਕੇ ਚੱਲੀਏ, ਠੀਕ ਹੈ, ਜੇ ਆਪਾਂ ਪਰਮਾਣੂ ਨੂੰ ਗੋਲਾਕਾਰ ਲੈ ਕੇ ਚੱਲੀਏ ਤਾਂ ਜਿਹੜਾ ਉਹਦਾ ਅਰਧ ਵਿਆਸ ਉਹਨੂੰ ਨੈਨੋਮੀਟਰ ਦੇ ਵਿੱਚ ਮੈਪ ਪੈਂਦਾ। ਨੈਨੋਮੀਟਰ ਜਿਹੜੀ ਮੀਟਰ ਵਾਂਗੂ ਲੰਬਾਈ ਮਾਪਣ ਦੀ ਇਕਾਈ ਹੈ। ਠੀਕ ਹੈ, ਪਰਮਾਣੂ ਅਰਧ ਵਿਆਸ ਨੂੰ ਨੈਨੋਮੀਟਰ ਦੇ ਵਿੱਚ ਮਾਪ ਪੈਂਦਾ। ਨੈਨੋਮੀਟਰ ਕੀ ਹੁੰਦਾ? 1 ਮੀਟਰ ਦੇ ਵਿੱਚ 10⁹ ਨੈਨੋਮੀਟਰ ਹੁੰਦੇ ਨੇ, ਜਾਂ ਆਪਾਂ ਕਹਿ ਲਈਏ ਵੀ 1 ਨੈਨੋਮੀਟਰ ਬਰਾਬਰ ਹੁੰਦਾ 10⁻⁻9 ਮੀਟਰ ਦੇ। ਠੀਕ ਹੈ, ਬਹੁਤ ਛੋਟਾ ਹੋ ਗਿਆ ਮੀਟਰ ਦੇ ਮੁਕਾਬਲੇ 'ਚ। ਠੀਕ ਹੈ, ਇੱਕ ਇਹਦੇ ਨਾਲ 9 ਜ਼ੀਰੋਆਂ ਲੱਗਣਗੀਆਂ, ਫਿਰ 1 ਮੀਟਰ ਬਣੂਗਾ। ਠੀਕ ਹੈ, ਨੈਨੋਮੀਟਰ। ਕਲੀਅਰ ਹੈ ਬੇਟਾ? ਜਿਵੇਂ ਆਪਾਂ ਦੇਖੋ ਇਸ ਡਾਇਗਰਾਮ ਦੇ ਵਿੱਚ, ਸਾਰਣੀ ਦੇ ਵਿੱਚ ਦੇਖਦੇ ਹਾਂ ਵੀ ਵੱਖ-ਵੱਖ ਜਿਹੜੇ ਪਰਮਾਣੂ ਨੇ, ਵੱਖ-ਵੱਖ ਉਹਨਾਂ ਦੇ ਕੀ ਅਰਧ ਵਿਆਸ ਨੇ। ਜਿਵੇਂ ਹਾਈਡਰੋਜਨ ਦਾ ਪਰਮਾਣੂ ਆ, ਉਹਦਾ ਅਰਧ ਵਿਆਸ ਆ ਜਿਹੜਾ 10⁻⁻10 ਮੀਟਰ ਹੈ। ਠੀਕ ਹੈ, ਜਲ ਅਣੂ ਦਾ ਜਿਹੜਾ ਉਹ 1 ਨੈਨੋਮੀਟਰ ਹੈ, ਮਤਲਬ 10⁻⁹ ਮੀਟਰ ਹੈ। ਹੀਮੋਗਲੋਬਿਨ ਦਾ ਅਣੂ ਆ, ਉਹਦਾ 10⁻⁸ ਹੈ। ਰੇਤ ਦੇ ਕਣ ਨੇ ਉਹ ਬਿਲਕੁਲ 10⁻⁴ ਨੇ। ਕੀੜੀ ਹੈ ਜਿਹੜੀ ਥੋੜ੍ਹੀ ਜਿਹੀ ਹੋਰ ਵੱਡੀ ਆ ਗਈ, 10⁻⁻2 ਹੈ। ਸੇਬ ਆ ਜਿਹੜਾ ਥੋੜ੍ਹਾ ਜਿਹਾ ਹੋਰ ਵੱਡਾ ਆ ਗਿਆ, 10⁻⁻1 ਹੈ। ਇਹ ਪਰਮਾਣੂ ਨੇ, ਉਹਨਾਂ ਦੇ ਆਕਾਰ ਨੇ ਜਿਨ੍ਹਾਂ ਤੋਂ ਮਿਲ ਕੇ ਇਹ ਚੀਜ਼ਾਂ ਬਣੀਆਂ ਨੇ। ਠੀਕ ਹੈ, ਉਹਨਾਂ ਦੇ ਅਰਧ ਵਿਆਸ ਸੀਗੇ। ਅੱਗੇ ਵੀ ਇਹ ਬਹੁਤ ਇੰਪੋਰਟੈਂਟ ਆ ਬੇਟਾ, ਇਹ ਸੰਕੇਤ ਨੇ ਵੱਖ-ਵੱਖ ਪਰਮਾਣੂਆਂ ਦੇ ਆਧੁਨਿਕ ਸੰਕੇਤ, ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਠੀਕ ਹੈ, ਹਰੇਕ ਬੱਚੇ ਨੂੰ ਇਸ ਸੰਕੇਤ ਬਾਰੇ ਪਤਾ ਹੋਵੇ ਵੀ ਐਲੂਮੀਨੀਅਮ ਦਾ ਜਿਹੜਾ ਸੰਕੇਤ ਆ ਉਹ AL ਹੈ, A_l। ਠੀਕ ਹੈ, ਐਲੂਮੀਨੀਅਮ। ਔਰਗਨ ਦਾ ਸੰਕੇਤ AR ਹੈ। ਬੇਰੀਅਮ ਦਾ BA, ਬੋਰਾਨ ਦਾ B, ਬ੍ਰੋਮੀਨ ਦਾ BR। ਠੀਕ ਹੈ, ਕੈਲਸ਼ੀਅਮ ਦਾ CA, ਕਾਰਬਨ ਦਾ C, ਕਲੋਰੀਨ ਦਾ Cl, ਕੋਬਾਲਟ ਦਾ CO, C_o। ਬੇਟਾ C_o ਲਿਖਣਾ, ਛੋਟਾ ਲੈਟਰ O, ਕੋਬਾਲਟ ਬਣੂਗਾ। ਜੇ ਤੁਸੀਂ C ਵੱਡੀ ਅਤੇ ਕੈਪੀਟਲ O ਵੱਡੇ ਲਿਖ ਦੋਗੇ ਦੋਵੇਂ, ਤਾਂ ਇਹ ਕਾਰਬਨ ਮੋਨੋਆਕਸਾਈਡ ਬਣ ਜਾਏਗੀ। ਠੀਕ ਹੈ, ਇਹ ਗਲਤ ਹੈ। ਤਾਂ ਕੋਬਾਲਟ ਦਾ ਜਿਹੜਾ ਸਿੰਬਲ ਆ ਉਹ ਕੀ ਹੈ ਵੀ C_a। ਠੀਕ ਹੈ, ਸਿਮਿਲਰਲੀ ਅੱਗੇ ਹੋਰ ਨੇ ਆਪਣੇ ਕੋਲ ਕਾਪਰ Cu, ਫਲੋਰੀਨ F, ਗੋਲਡ ਜਿਹਨੂੰ ਸੋਨਾ ਕਹਿੰਦੇ ਆਪਾਂ AU ਸੰਕੇਤ ਆ ਉਹਦਾ। ਹਾਈਡਰੋਜਨ H, ਆਇਓਡੀਨ I, ਆਇਰਨ ਆ ਜਿਹੜਾ ਉਹਨੂੰ ਫੈਰਸ ਵੀ ਬੋਲਦੇ ਨੇ, ਇਸ ਕਰਕੇ ਉਹਨੂੰ Fe। ਲੈਡ ਦਾ ਪਲੰਬਮ ਹੁੰਦਾ ਬੇਟਾ ਆਮ ਨਾਮ Pb। ਮੈਗਨੀਸ਼ੀਅਮ ਦਾ Mg, ਨਿਓਨ ਦਾ Ne, ਨਾਈਟ੍ਰੋਜਨ N, ਆਕਸੀਜਨ O, ਪੋਟਾਸ਼ੀਅਮ K, ਸਿਲੀਕਨ Si, ਚਾਂਦੀ Ag। ਠੀਕ ਹੈ, ਸੋਡੀਅਮ Na ਬਹੁਤ ਇੰਪੋਰਟੈਂਟ ਹੈ, ਇਹ ਕਾਫੀ ਆਪਣੇ ਕੋਲ ਆਉਂਦਾ ਸੁਣਨ ਦੇ ਵਿੱਚ। ਸੋਡੀਅਮ Na, ਸਲਫਰ ਦਾ S, ਯੂਰੇਨੀਅਮ ਦਾ U ਅਤੇ ਜ਼ਿੰਕ ਦਾ Zn। ਠੀਕ ਹੈ, ਇਹ ਸੰਕੇਤ ਆ ਜਿਹੜੇ ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲੈਣੇ ਆ। ਇਹ ਤੁਹਾਨੂੰ ਹਰੇਕ ਸੰਕੇਤ ਆ ਜਿਹੜਾ ਉਹ ਪਤਾ ਹੋਣਾ ਚਾਹੀਦਾ। ਠੀਕ ਹੈ ਬੇਟਾ? ਉਸ ਤੋਂ ਬਾਅਦ ਆਪਾਂ ਕਰਦੇ ਹਾਂ ਗੱਲ ਪਰਮਾਣੂ ਪੁੰਜ ਦੀ। ਜਿਵੇਂ ਆਪਾਂ ਹਰੇਕ ਵਸਤੂ ਦਾ ਪੁੰਜ ਹੁੰਦਾ ਵੀ ਆਪਾਂ ਕਿਸੇ ਵਸਤੂ ਦਾ ਪੁੰਜ ਆਪਾਂ ਪੜ੍ਹਦੇ ਹੁੰਦੇ ਸੀ। ਕੀ ਹੁੰਦਾ ਸੀ ਪੁੰਜ? ਵੀ ਉਸ ਦੇ ਵਿੱਚ ਕਿੰਨੇ ਪਦਾਰਥ ਦੀ ਮਾਤਰਾ ਮੌਜੂਦ ਹੈ, ਉਸ ਨੂੰ ਆਪਾਂ ਉਸਦਾ ਪੁੰਜ ਬੋਲਦੇ ਸੀ। ਐਵੇਂ ਪਰਮਾਣੂ ਪੁੰਜ ਵੀ ਹੁੰਦਾ। ਵੀ ਕੀ ਹੁੰਦਾ ਪਰਮਾਣੂ ਪੁੰਜ ਨੂੰ ਆਪਾਂ ਕਿਵੇਂ ਪਰਿਭਾਸ਼ਿਤ ਕਰਦੇ ਹਾਂ? ਕਿਸੇ ਤੱਤ ਦੇ ਸਾਪੇਖਕ ਪਰਮਾਣੂ ਪੁੰਜ ਨੂੰ ਉਸ ਦੇ ਪਰਮਾਣੂਆਂ ਦੇ ਔਸਤ ਪੁੰਜ ਦਾ, ਉਸ ਦੇ ਜਿੰਨੇ ਵੀ ਪਰਮਾਣੂ ਨੇ ਜਿਨ੍ਹਾਂ ਤੋਂ ਮਿਲ ਕੇ ਬਣਿਆ ਉਹ ਔਸਤ ਪੁੰਜ ਦਾ ਕਾਰਬਨ 12 ਪਰਮਾਣੂ ਪੁੰਜ ਦੇ 1/12ਵੇਂ ਭਾਗ ਨਾਲ ਪਰਿਭਾਸ਼ਿਤ ਕੀਤਾ ਜਾਂਦਾ। ਵੀ 1/12ਵੇਂ ਭਾਗ ਦੇ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਕਾਰਬਨ 12 ਦੇ। ਠੀਕ ਹੈ ਬੇਟਾ? ਜੇ ਹੁਣ ਕਾਰਬਨ ਦਾ ਹੀ ਲਵਾਂਗੇ ਤਾਂ ਆਪਾਂ 12 ਲਵਾਂਗੇ ਗ੍ਰਾਮ। ਠੀਕ ਹੈ, U ਦੇ ਵਿੱਚ ਕਰਾਂਗੇ 12U। ਕੁਝ ਤੱਤਾਂ ਦੇ ਪਰਮਾਣੂ ਪੁੰਜ ਨੇ, ਇਹ ਯਾਦ ਰੱਖਣੇ ਆ ਤੁਸੀਂ। ਠੀਕ ਹੈ, ਤੁਹਾਨੂੰ ਪੁੱਛ ਸਕਦੇ ਨੇ। ਹਾਈਡਰੋਜਨ ਦਾ ਐਟੋਮਿਕ ਨੰਬਰ ਪਰਮਾਣੂ ਸੰਖਿਆ 1 ਹੁੰਦਾ, ਜਿਹੜਾ ਤੁਸੀਂ ਪਹਿਲਾਂ
बेटा तुसीं ये चैप्टर ना तुहानूं ज़्यादा समझ आएगा जदों तुसीं 10वीं दे विच एक चैप्टर पढ़ोगे तत्तां दा आवर्ती वर्गीकरण। ठीक है, उस चैप्टर में बहुत ध्यान नाल तुसीं अपने अध्यापक साहिबान तो समझना। अपने चैनल दे विच भी इस चैप्टर की वीडियो तुहानूं मिल जाएगी, तत्तां दा आवर्ती वर्गीकरण। ठीक है, फिर तुहानूं ये चीज़ां बहुत आसानी समझ आउणगीआं। ये चैप्टर पढ़ना तुसीं तां उत्थों तुहानूं आ बहुत सौखे लगणगे। सारा हाइड्रोजन का एक हुंदा, कार्बन का 12, क्योंकि ये परमाणु संख्या के हिसाब नाल कार्बन की परमाणु संख्या 6 हुंदी है, तो 6 का लगभग दुगना परमाणु पुंज हुंदा है। हाइड्रोजन का 1, नाइट्रोजन का 7 हुंदा परमाणु संख्या वह 14, ऑक्सीजन का 8 हुंदा, तो उस करके वह 16, सोडियम का 11 हुंदा, वह नीयर अबाउट दुगना करांगे 23 बन जूगा, 11 दूनी 22 हुंदे आ। तो भी 12 मैगनीशियम 12 का 24, सल्फर 16 हुंदा, तो सल्फर का कितना बन जूगी ये 32। सिमिलरली क्लोरीन है जिहड़ा 17 परमाणु संख्या हुंदी है, वो परमाणु पुंज की आपां गल करिए 35.5, 17 दूनी 34, थोड़ा जिहा वध। ठीक है, एवं कैल्शियम का जिहड़ा परमाणु संख्या 20 हुंदा है, उदों की बनता है 40 बनता है। बेटा तुसीं याद रखने। उस तो बाद है अपने कोल अणु। अणु की हुंदे ने मॉलीक्यूल्स। अणु आ जिहड़े 2 ਜਾਂ 2 ਤੋਂ ਵੱਧ परमाणुओं का समूह हुंदा, मतलब 2 ਜਾਂ 2 ਤੋਂ ਵੱਧ परमाणु आपस में मिल के किसी रसायनिक बंधन दे विच आपस में मिल के की बनाउंदे ने भी अणु, जां आपां इहनूं की बोलदे आ मॉलीक्यूल्स। ठीक है, मॉलीक्यूल्स बोलते हैं आपां वैन 2 और मोर एटम कंबाइंस टू ईच अदर दैन दे फॉर्म मॉलीक्यूल्स, तो एक अणु बनता। ठीक है भी, अगे तत्तां दे अणु। अणु किस प्रकार नाल जुड़े हुंदे ने वो आपां देखदे हां भी मॉलीक्यूल्स ऑफ एलीमेंट्स। किसी तत्त दे अणु एक ही किस्म के परमाणुओं द्वारा बने हुंदे ने, एक ही किस्म के परमाणु द्वारा बने होंगे ने। कुछ तत्त जिमें आर्गन हो गया, हीलियम हो गया, इन्होंने तत्तों के अणु सिर्फ एक परमाणु द्वारा बन के बने होंगे ने। पर वधेरे धातां विच अजिहा नहीं हुंदा, जिमें ऑक्सीजन आ जिहड़ा अणु 2 परमाणु तो मिलकर बनता है। ऑक्सीजन नूं आपां O नहीं लिखते, ऑक्सीजन नूं आपां O2 लिखते हैं, वह 2 ऑक्सीजन के परमाणुओं तो मिलकर बनता है। ठीक है, किसी अणु की बनतर जिहड़ी उहदे अणु की बनतर है उस विच परमाणुओं की कितनी संख्या उसनूं आपां बोलते हैं भी परमाणुता जां एटोमिसिटी, भी किन्ने नंबर ऑफ एटम ने। जिवें आपां हुणी ऑक्सीजन की गल करके हटे हैं, इहदी परमाणुता जां एटोमिसिटी कितनी है भी 2 है, क्योंकि ये 2 ऑक्सीजन के परमाणु जिहड़े वो मिल के लगे हुए है इहदी बनतर दे विच। ठीक है, सिमिलरली आपां धातां देख लईए, जिवें आर्गन है जिहड़ा AR आपां सिंबल कीता सी, एक ही हुंदा, एक परमाणु भी है। हीलियम भी HE एक ही हुंदा, एक परमाणु भी है। ऑक्सीजन हुणी करके हटे 2 परमाणु भी है, क्योंकि 2 परमाणु मिल के जुड़े होंगे ने। एवं सिमिलरली हाइड्रोजन बेटा तुसीं पढ़िया होना, H2 लिखा होंदा, वो भी 2 परमाणु भी है। नाइट्रोजन भी N2 लिखा होंदा, गैसेस ने 2 परमाणु भी। क्लोरीन भी Cl2 लिखा होंदा, 2 परमाणु भी है। फास्फोरस 4 परमाणु भी है। ठीक है, फास्फोरस है जिहड़ा P4, तो की है भी वो 4 परमाणु भी है। सल्फर है जिहड़ा वो 8 परमाणु भी है। जिहड़ा सल्फर है वो 8 परमाणु तो मिलकर बने होंदा, S8 लिखते हैं उन्होंने, 8 परमाणु भी है। धातां दे विच जे आपां सोडियम की गल करिए, Na सोडियम का संकेत है, तो वो 1 परमाणु भी है। आयरन है जिन्होंने आप फेरस भी बोलते हैं, वो 1 परमाणु भी है। एलूमीनियम आप Al बोलते हैं, वो भी 1 परमाणु भी है। कॉपर की आप गल की, वो भी की है भी 1 परमाणु भी है। ज़्यादातर धातां जिहड़ियां वो ज़्यादा तो धातां तां 1 परमाणु तो मिल के बनदियां, ज़्यादातर धातां ने जिहड़ियां वो 2 या 2 तो वध परमाणु तो मिल के बनदियां ने। ठीक है, नैक्सट यौगिकां दे अणु मॉलीक्यूल्स ऑफ कंपाउंड्स। भिन्न भिन्न तत्तां दे परमाणु एक निश्चित अनुपात में जुड़ के यौगिकां दे अणु बनाउंदे ने। हुण जदों कोई निश्चित अनुपात में जुड़नगे वो, ठीक है, परमाणु, तो वो की बना देणगे बई कंपाउंड बना देणगे। ठीक है, कंपाउंड्स जिन्होंने आपां यौगिक बोलते हैं, निश्चित अनुपात होएगा। ठीक है, जिवें आपां देखदे हां इत्थे पानी H2O, ये तुसीं देखिया ही है। पानी का सूत्र की हुंदा बेटा H2O। हुण इहदे विच क्वेश्चन पूछ लेंदे भी पानी दे विच हाइड्रोजन ते ऑक्सीजन का अनुपात कितना है। हाइड्रोजन का अनुपात तो ऑक्सीजन का अनुपात कितना, हाइड्रोजन कितनी है भी 2, ऑक्सीजन कितनी है 1। हाइड्रोजन तो ऑक्सीजन का अनुपात ये कितना भी 2:1। जे तुहानूं पुछण भी ऑक्सीजन तो हाइड्रोजन का कितना, फिर तुसीं लिखोगे 1:2। ये कन्फ्यूज नहीं होना बेटा। जो ऑक्सीजन पहला लिखती तो 1:2 लिखांगे, जे हाइड्रोजन तो ऑक्सीजन लिखती फिर 2:1 लिखांगे, है ना। हुण जिहड़ा इत्थे जिहड़ी गल कीती होई पुंज अनुपात की गल कीती होई, देखो पानी दे विच H2O लिखते हैं आप पानी नूं, किहड़े ने भी, एक तो हाइड्रोजन है, एक ऑक्सीजन है। एक हाइड्रोजन तो ऑक्सीजन तो मिलकर बने। ये जिहड़े अनुपात इन्होंने लिखा होया उन्होंने आप बोलते हैं पुंज अनुपात। पुंज का अनुपात देखा इन्होंने, हाइड्रोजन का जिहड़ा परमाणु पुंज 1 हुंदा, ऑक्सीजन है जिहड़ा, सॉरी 1 मिनट बेटा, हाइड्रोजन 2 लगे हुए हैं ना,
2 ਹਾਈਡਰੋਜਨ ਨਾਲ 2 ਹੋ ਜੂ, ਆਕਸੀਜਨ ਦਾ 16 2 ਅਨੁਪਾਤ 16। ਜਦੋਂ ਆਪਾਂ ਇਹਨੂੰ ਕੱਟ ਦਾਂਗੇ 2 ਅਨੁਪਾਤ 16 ਬੇਟਾ, ਜਦੋਂ ਆਪਾਂ ਕੱਟ ਦਾਂਗੇ ਇਹਨੂੰ 2/16 ਲਿਖ ਸਕਦੇ ਨਾ ਆਪਾਂ ਅਨੁਪਾਤ ਦੇ ਵਿੱਚ, ਇਹਨੂੰ ਕੱਟ ਦਾਂਗੇ ਕਿੰਨਾ ਬਣ ਜੂ 1/8, ਜਾਂ ਆਪਾਂ ਕਹਾਂਗੇ ਵੀ 1 ਅਨੁਪਾਤ 8। ਤਾਂ ਪਾਣੀ ਦੇ ਵਿੱਚ ਹਾਈਡਰੋਜਨ ਅਤੇ ਆਕਸੀਜਨ ਦਾ ਜੇ ਤੁਹਾਨੂੰ ਪੁੰਜ ਅਨੁਪਾਤ ਪੁੱਛਦੇ ਨੇ ਤਾਂ ਤੁਸੀਂ 2 ਅਨੁਪਾਤ 1 ਨਹੀਂ ਲਿਖੋਗੇ, ਤੁਸੀਂ ਲਿਖੋਗੇ 1 ਅਨੁਪਾਤ 8, ਕਿਉਂਕਿ ਇਹ ਪੁੰਜ ਅਨੁਪਾਤ ਆ, ਉਹ ਪਰਮਾਣੂਆਂ ਦਾ ਅਨੁਪਾਤ ਸੀ। ਠੀਕ ਹੈ। ਸਿਮਿਲਰਲੀ ਅਮੋਨੀਆ ਲਿਖਦੇ ਹਾਂ ਬੇਟਾ ਆਪਾਂ NH3, ਇਹ ਅਮੋਨੀਆ ਦਾ ਸੂਤਰ ਹੈ N। ਜਿਹਦੇ ਨਾਈਟ੍ਰੋਜਨ ਹੈ ਉਹਦਾ ਆਪਾਂ ਪਰਮਾਣੂ ਕਿੰਨਾ ਪੜ੍ਹਿਆ ਸੀ ਵੀ 14 ਪੜ੍ਹਿਆ ਸੀ ਨਾ ਉਹਦਾ ਪਰਮਾਣੂ ਪੁੰਜ, ਕਿਉਂਕਿ ਉਹਦੀ ਪਰਮਾਣੂ ਸੰਖਿਆ 7 ਹੁੰਦੀ ਹੈ। ਹਾਈਡਰੋਜਨ ਦਾ ਕਿੰਨਾ ਪੜ੍ਹਿਆ ਸੀ ਵੀ 1, 3 ਨੇ ਤਾਂ 3, 14 ਅਨੁਪਾਤ 3 ਹੈ ਇਹਦੇ ਵਿੱਚ। ਸਿਮਿਲਰਲੀ ਕਾਰਬਨ ਡਾਈਆਕਸਾਈਡ, ਇਹ ਕਾਰਬਨ ਡਾਈਆਕਸਾਈਡ CO2। ਠੀਕ ਹੈ। ਕਾਰਬਨ ਦਾ ਜਿਹੜਾ ਅਮਿਕ ਨੰਬਰ ਹੁੰਦਾ 12 ਹੁੰਦਾ, ਆਕਸੀਜਨ ਦਾ 8 ਹੁੰਦਾ, ਮਤਲਬ 2 ਨੇ ਤਾਂ 16 ਹੋ ਜੂ। ਇਹਨਾਂ ਦਾ ਹੋ ਗਿਆ ਵੀ ਬੇਟਾ ਕਾਰਬਨ ਡਾਈਆਕਸਾਈਡ, ਕਾਰਬਨ 1 ਹੈ ਤਾਂ ਇਹਦਾ 12 ਹੋ ਜੂ, ਆਕਸੀਜਨ 2 ਨੇ। ਠੀਕ ਹੈ। 16 ਹੋ ਗਿਆ 1 ਦਾ, ਤਾਂ 2 ਦਾ ਕਿੰਨਾ ਹੋ ਜੂ 32। ਕੱਟ ਦਾਂਗੇ ਆਪਾਂ 4 ਤੇ 4 ਤੀਹ 12, 8 ਚੌਕ 32, 3/8 ਮਤਲਬ ਕਿੰਨਾ ਬਣ ਜੂ 3 ਅਨੁਪਾਤ 8 ਬਣ ਜੂਗਾ ਕਾਰਬਨ ਡਾਈਆਕਸਾਈਡ ਦੇ ਵਿੱਚ। ਇਹ ਆਪਾਂ ਜਿਹੜੀ ਗੱਲ ਕੀਤੀ ਹੈ ਬੇਟਾ, ਇਹ ਪੁੰਜ ਅਨੁਪਾਤ ਦੀ ਗੱਲ ਕੀਤੀ ਹੈ, ਤੁਸੀਂ ਇਹ ਯਾਦ ਰੱਖਣਾ। ਹੁਣ ਪਾਣੀ ਦੇ ਵਿੱਚ ਜਿਹੜਾ ਹਾਈਡਰੋਜਨ ਅਤੇ ਆਕਸੀਜਨ ਦਾ ਪੁੰਜ ਅਨੁਪਾਤ ਹੈ 1 ਅਨੁਪਾਤ 8 ਹੁੰਦਾ। ਅਮੋਨੀਆ ਦੇ ਵਿੱਚ NH3 ਦੇ ਵਿੱਚ, ਠੀਕ ਹੈ, 14 ਅਨੁਪਾਤ 3 ਹੁੰਦਾ। ਨਾਈਟ੍ਰੋਜਨ ਅਤੇ ਹਾਈਡਰੋਜਨ ਦਾ ਅਨੁਪਾਤ ਕਾਰਬਨ ਡਾਈਆਕਸਾਈਡ ਦੇ ਵਿੱਚ 3 ਅਨੁਪਾਤ 8 ਹੁੰਦਾ। ਠੀਕ ਹੈ। ਇਹ ਆਪਾਂ ਪੁੰਜ ਅਨੁਪਾਤ, ਪਹਿਲਾਂ ਆਪਾਂ ਪਰਮਾਣੂ ਅਨੁਪਾਤ ਦੀ ਵੀ ਗੱਲ ਕੀਤੀ ਸੀ, ਉਹ ਵੀ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ। ਪਾਣੀ ਦੇ ਵਿੱਚ ਜਿਹੜਾ ਪਰਮਾਣੂਆਂ ਦਾ ਅਨੁਪਾਤ ਆ ਉਹ ਕਿੰਨਾ ਵੀ, ਹਾਈਡਰੋਜਨ ਅਤੇ ਆਕਸੀਜਨ ਦਾ ਅਨੁਪਾਤ ਕਿੰਨਾ 2 ਅਨੁਪਾਤ 1, ਮਤਲਬ 2 ਹਾਈਡਰੋਜਨ ਜੁੜੇ ਹੋਏ ਨੇ, 1 ਆਕਸੀਜਨ ਜੁੜੀ ਹੋਈ ਹੈ। ਸਿਮਿਲਰਲੀ ਆਪਾਂ ਅਮੋਨੀਆ ਦੇ ਵਿੱਚ ਦੇਖ ਲਈਏ, ਨਾਈਟ੍ਰੋਜਨ ਅਤੇ ਹਾਈਡਰੋਜਨ ਦਾ ਆਪਾਂ ਨੂੰ ਪੁੱਛ ਲਿਆ, ਨਾਈਟ੍ਰੋਜਨ ਕਿੰਨੇ ਆ ਵੀ 1, ਹਾਈਡਰੋਜਨ ਕਿੰਨੇ ਜੁੜੇ ਆ 3, ਇਹਨਾਂ ਦਾ ਅਨੁਪਾਤ 1 ਅਨੁਪਾਤ 3 ਹੈ। ਸਿਮਿਲਰਲੀ ਆਪਾਂ ਕਾਰਬਨ ਡਾਈਆਕਸਾਈਡ ਦੇ ਵਿੱਚ ਦੇਖੀਏ ਜੀ, ਕਾਰਬਨ ਕਿੰਨੇ ਜੁੜੇ ਆ ਵੀ 1, ਆਕਸੀਜਨ ਕਿੰਨੀਆਂ ਜੁੜੀਆਂ 2, ਤਾਂ ਇਹਨਾਂ ਦਾ ਕਿੰਨਾ ਹੋ ਜੂ ਵੀ 1 ਅਨੁਪਾਤ 2। ਇਹ ਪਰਮਾਣੂਆਂ ਦਾ ਅਨੁਪਾਤ ਹੈ। ਠੀਕ ਹੈ। ਉਹਨੂੰ ਪੁੱਛ ਲੈਣ ਪਾਣੀ ਦੇ ਵਿੱਚ ਹਾਈਡਰੋਜਨ ਅਤੇ ਆਕਸੀਜਨ ਦਾ ਅਨੁਪਾਤ ਕੀ ਹੈ, ਤਾਂ ਤੁਸੀਂ ਲਿਖੋਗੇ 2 ਅਨੁਪਾਤ 1। ਜੇ ਪੁੰਜ ਅਨੁਪਾਤ ਪੁੱਛ ਲਿਆ ਤਾਂ ਤੁਸੀਂ ਕੀ ਲਿਖੋਗੇ ਵੀ 1 ਅਨੁਪਾਤ 8। ਠੀਕ ਹੈ। ਇਹ ਗੱਲ ਦਾ ਧਿਆਨ ਰੱਖਣਾ। ਉਦੋਂ ਬਾਅਦ ਆਇਨ ਆ ਜਾਂਦਾ ਆਪਣੇ ਕੋਲ। ਧਾਤ ਅਤੇ ਅਧਾਤ ਯੌਗਿਕ ਚਾਰਜਿਤ ਕਣਾਂ ਤੋਂ ਮਿਲ ਕੇ ਬਣੇ ਹੁੰਦੇ ਨੇ। ਇਹਨਾਂ ਚਾਰਜਿਤ ਕਣਾਂ ਨੂੰ ਆਇਨ ਬੋਲਦੇ ਨੇ। ਧਾਤ ਅਤੇ ਅਧਾਤ ਦੇ ਜਿਹੜੇ ਯੌਗਿਕ ਬਣਦੇ ਨੇ ਵੀ, ਠੀਕ ਹੈ, ਆਪਾਂ ਡਿਸਕਸ ਕਰਾਂਗੇ ਵੀ ਬਾਅਦ 'ਚ। ਇਹ ਜਿਹੜੇ ਯੌਗਿਕ ਬਣੇ ਹੁੰਦੇ ਨੇ ਇਹ ਧਾਤ ਅਤੇ ਅਧਾਤ ਦੇ ਚਾਰਜਿਤ ਕਣਾਂ ਤੋਂ ਮਿਲ ਕੇ ਬਣੇ ਹੁੰਦੇ ਨੇ। ਜਿਹੜੇ ਚਾਰਜਿਤ ਕਣ ਨੇ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਆਇਨ। ਜਿਹੜਾ ਰਿਣ ਚਾਰਜਿਤ ਹੁੰਦਾ ਉਹਨੂੰ ਆਪਾਂ ਰਿਣ ਆਇਨ ਬੋਲਦੇ ਹਾਂ, ਜਾਂ ਇੰਗਲਿਸ਼ ਦੇ ਵਿੱਚ ਅਨਾਇਨ ਬੋਲਦੇ ਹਾਂ। ਜਿਹੜਾ ਧਨ ਚਾਰਜਿਤ ਕਣ ਹੁੰਦਾ ਉਹਨੂੰ ਆਪਾਂ ਧਨ ਆਇਨ ਜਾਂ ਇੰਗਲਿਸ਼ ਦੇ ਵਿੱਚ ਕਟਾਇਨ ਬੋਲਦੇ ਹਾਂ। ਠੀਕ ਹੈ। ਉਦਾਹਰਨ ਵਜੋਂ ਜਿਵੇਂ ਆਪਾਂ ਗੱਲ ਕਰ ਲਈਏ ਸੋਡੀਅਮ ਕਲੋਰਾਈਡ ਦੀ, ਹੁਣ ਦੇਖੋ ਇੱਥੇ ਮੈਂ ਤੁਹਾਨੂੰ ਸਮਝਾਉਣਾ, NaCl ਸੋਡੀਅਮ ਕਲੋਰਾਈਡ। ਠੀਕ ਹੈ। ਇਹਦੇ ਵਿੱਚ ਜਿਹੜਾ ਪੋਜ਼ੀਟਿਵ ਆਇਨ ਹੈ ਉਹ ਸੋਡੀਅਮ ਦਾ ਹੈ, ਸੋਡੀਅਮ ਆਇਨ ਹੈ ਜਿਹੜਾ ਉਹ ਧਨ ਪੋਜ਼ੀਟਿਵ ਹੁੰਦਾ ਸੋਰੀ। ਜਿਹੜਾ ਕਲੋਰਾਈਡ ਆਇਨ ਆ ਉਹ ਨੈਗੇਟਿਵ ਹੁੰਦਾ। ਇਹਨਾਂ ਦੋਵਾਂ ਤੋਂ ਮਿਲ ਕੇ ਬਣਿਆ, ਇਹਨਾਂ ਨੂੰ ਆਪਾਂ ਬੋਲਦੇ ਹਾਂ ਵੀ ਆਇਨ। ਇਹਨੂੰ ਬੋਲਦੇ ਹਾਂ ਆਪਾਂ ਕਟਾਇਨ, ਇਹਨੂੰ ਬੋਲਦੇ ਹਾਂ ਆਪਾਂ ਅਨਾਇਨ। ਠੀਕ ਹੈ। ਇਹ ਧਨ ਚਾਰਜ ਅਤੇ ਇਹ ਰਿਣ ਚਾਰਜ, ਇਹਨਾਂ ਦੋਵਾਂ ਤੋਂ ਮਿਲ ਕੇ ਬਣਿਆ ਹੋਇਆ ਸੋਡੀਅਮ ਕਲੋਰਾਈਡ NaCl। Na ਪੋਜ਼ੀਟਿਵ, Cl ਨੈਗੇਟਿਵ। ਨੈਟ ਚਾਰਜ ਹੈ ਜਿਹੜਾ ਉੱਪਰ ਦੋਵਾਂ ਦੇ, ਠੀਕ ਹੈ, ਉਹ ਕੀ ਹੈ 0 ਹੈ। ਵੈਲੈਂਸੀ ਬਹੁਤ ਇੰਪੋਰਟੈਂਟ ਆ। ਸੰਯੋਜਕਤਾ, ਇਹ ਵੀ ਤੁਸੀਂ ਤੱਤਾਂ ਦਾ ਵਰਗੀਕਰਨ ਚੈਪਟਰ ਹੈ ਜਿਹੜਾ 10ਵੀਂ 'ਚ ਪੜ੍ਹੋਗੇ, ਉਸ ਨੂੰ ਬੇਟਾ ਬਹੁਤ ਧਿਆਨ ਨਾਲ ਪੜ੍ਹਨਾ। ਠੀਕ ਹੈ। ਵੈਲੈਂਸੀ ਬੋਲਦੇ ਆ ਕਿਸੇ ਤੱਤ ਦੀ ਸੰਯੋਜਨ ਸਮਰੱਥਾ ਉਸ ਤੱਤ ਦੀ ਸੰਯੋਜਕਤਾ ਕਮਾਉਂਦੀ ਆ, ਵੀ ਮਤਲਬ ਕਿਸ ਤੱਤ ਨਾਲ ਜੁੜ ਸਕਦਾ ਹੈ, ਕਿੰਨੇ ਤੱਤਾਂ ਨਾਲ ਉਹ ਅੱਗੇ ਜੁੜ ਸਕਦਾ ਹੈ। ਠੀਕ ਹੈ। ਉਹਨੂੰ ਕੀ ਬੋਲਦੇ ਆ, ਉਹਦੀ ਸੰਯੋਜਕਤਾ ਜਾਂ ਵੈਲੈਂਸੀ ਬੋਲਦੇ ਆ। ਠੀਕ ਹੈ। ਅੱਗੇ ਦੇਖੋ ਵੀ ਇਸ ਸਾਰਣੀ ਦੇ ਵਿੱਚ ਕੁਝ ਤੱਤ ਦਿੱਤੇ ਨੇ, ਉਹਨਾਂ ਦੇ ਸੰਕੇਤ ਨੇ। ਆਇਨ ਜਿਵੇਂ ਸੋਡੀਅਮ ਪੋਜ਼ੀਟਿਵ ਬਣਦਾ, ਇਹ ਇੱਕ ਇਲੈਕਟ੍ਰੋਨ ਆ ਜਿਹੜਾ ਇਹ ਦੇ ਸਕਦਾ। ਜੇ ਦੇ ਸਕਦਾ, ਇੱਕ ਇਲੈਕਟ੍ਰੋਨ ਬਾਹਰ ਨਿਕਲ ਗਿਆ ਤਾਂ ਪੋਜ਼ੀਟਿਵ ਚਾਰਜ। ਪੋਟਾਸ਼ੀਅਮ ਵੀ ਦੇ ਸਕਦਾ, ਇਹਦੇ 'ਤੇ ਵੀ K ਪੋਜ਼ੀਟਿਵ। ਸਿਲਵਰ ਵੀ ਦੇ ਸਕਦਾ, ਇਹਦੇ 'ਤੇ ਵੀ Ag ਪੋਜ਼ੀਟਿਵ। ਕਾਪਰ ਵੀ ਦੇ ਸਕਦਾ, ਵੀ ਕਾਪਰ 'ਤੇ ਵੀ ਪੋਜ਼ੀਟਿਵ। ਠੀਕ ਹੈ। ਹਾਈਡਰੋਜਨ ਆ ਜਿਹੜੇ ਦੋਵੇਂ, ਇੱਕ ਦੇ ਵੀ ਸਕਦਾ ਇੱਕ ਲੈ ਵੀ ਸਕਦਾ। ਮਤਲਬ ਜੇ ਉਹਨੇ ਲੈ ਲਿਆ ਤਾਂ ਉਹ ਨੈਗੇਟਿਵ ਬਣ ਜੂ, H ਨੈਗੇਟਿਵ। ਜੇ ਦੇ ਤਾਂ H ਪੋਜ਼ੀਟਿਵ। ਕਲੋਰਾਈਡ ਆ ਜਿਹੜਾ ਹਮੇਸ਼ਾ ਨੈਗੇਟਿਵ ਹੈ, ਕਲੋਰਾਈਡ ਨੈਗੇਟਿਵ। ਬਰੋਮਾਈਡ ਵੀ ਨੈਗੇਟਿਵ, ਆਇਓਡਾਈਡ ਵੀ ਨੈਗੇਟਿਵ। ਆਕਸਾਈਡ ਆ ਜਿਹੜਾ O2 ਨੈਗੇਟਿਵ, ਸਲਫਾਈਡ S2 ਨੈਗੇਟਿਵ। ਠੀਕ ਹੈ। ਸਿਮਿਲਰਲੀ ਆ 2 ਵਾਲੇ ਆ ਗਏ ਵੀ ਮੈਗਨੀਸ਼ੀਅਮ 2 ਪੋਜ਼ੀਟਿਵ,
ठीक है। मैगनीशियम है जोड़ा मैगनीशियम 2 पॉजिटिव आंदा, कैल्शियम 2 पॉजिटिव, जिंक 2 पॉजिटिव, आयरन 2 बनाउंदा, आयरन 2 पॉजिटिव तो आयरन 3 पॉजिटिव, कॉपर भी 2 बनाउंदा, कॉपर पॉजिटिव तो कॉपर 2 पॉजिटिव। एलूमीनीयम हमेशा 3 बनाउंदा, एलूमीनीयम हमेशा 3 पॉजिटिव आयन बनाउंदा क्योंकि ये 3 इलैक्ट्रॉन दे सकता है। ठीक है। एवें भी अमोनीयम आयन होंगे NH4 पॉजिटिव अमोनीयम आयन। ठीक है। अगे जे आप गल करिए बेटा, अगे है हाइड्रोक्साइड, वो की होंगे भी OH नैगेटिव, यदा संकेत नाइट्रेटर का NO3 नैगेटिव। ठीक है। एवं हाइड्रोजन कार्बोनेट HCO3 नैगेटिव, कार्बोनेट का CO3 2 नैगेटिव, सल्फाइड का SO3 2 नैगेटिव तो सल्फेट का SO4 2 नैगेटिव। ठीक है। ये जोड़े आयन है इन्होंने संकेत तो याद होने चाहिए। फॉस्फेट का FO4 3 नैगेटिव, फॉस्फेट का ही। ठीक है। कि अपने को है बेटा डाल्टन का परमाणु सिद्धांत। की कहना भी डाल्टन का परमाणु सिद्धांत की कुछ होंगे, इनू पॉइंट में ध्यान नोट कर लेना। फस्ट पॉइंट सी ये सारे पदार्थ है जोड़े परमाणुओं तो बनते हैं, पदार्थ परमाणुओं तो मिल के बने होंगे ने। तो पहला भी कहा मैं परमाणु ना बनने जो सूक्ष्म कण होंगे ने, जो रसायनिक प्रतिक्रिया में ना तो सिरजित होंगे ने, मतलब ना तो जनरेट होंगे तो ना ही उन्होंने विनाश होंगे, ना तो पैदा होंगे ने किसी रसायनिक क्रिया के ना ही वो खत्म होंगे ने। परमाणु ना बनने जो सूक्ष्म कण होंगे ने। नैक्सट भी दिते गए तत्त के सारे परमाणुओं का पुंज और रसायनिक गुण समान होंदा है। जिन्ने भी किसी तत्त के परमाणु पुंज ने, जिमें आप लिखते O2, ये ਜਿਹੜੀਆਂ 2 ऑक्सीजन लगियां हुई ने, उन्हों का परमाणु पुंज तो रसायनिक गुण की होंगे समान। ਵੱਖ-ਵੱਖ तत्तों के परमाणुओं के पुंज और रसायनिक गुण ਵੱਖ-ਵੱਖ होंगे ने। ਵੱਖ-ਵੱਖ तत्तों के परमाणु पुंज और रसायनिक गुण आ ਜਿਹੜੇ ਉਹ ਕੀ ਹੋਣਗੇ भी ਵੱਖ-ਵੱਖ। जिमें ऑक्सीजन तो नाइट्रोजन के ਜਿਹੜੇ परमाणु पुंज ਤੇ रसायनिक गुण आ ਜਿਹੜੇ ਉਹ ਵੱਖ-ਵੱਖ होंगे ने। अगे है भी ਵੱਖ-ਵੱਖ तत्तों के परमाणु आपस में एक छोटी पूर्ण संख्या के अनुपात में संयोग करके यौगिक बनाते हैं। ठीक है। ये आप दस्या सी जिमें आपस में एक पूरे जिमें अमोनीया या पानी के गल की आप एक निश्चित अनुपात के संयोग करके यौगिक बनाते हैं। जिमें आप सोडियम क्लोराइड की भी गल की थी। ठीक है। एक निश्चित अनुपात है सोडियम तो क्लोराइड का 1:1 का, मतलब एक सोडियम तो एक क्लोराइड जुड़िया हुआ। किसी भी यौगिक के परमाणुओं की सापेक्ष संख्या किन्ने परमाणु ने, उन्होंने किस्मां जिहड़ियां वो होंदियां भी निश्चित होंदियां ने। ठीक है। अगे सरल यौगिकों के सूत्र तुसीं ध्यान च रखने, जिवें HCl हाइड्रोजन क्लोराइड, ये की है भी एक हाइड्रोजन जुड़िया है एक क्लोराइड जुड़िया। क्यों? क्योंकि हाइड्रोजन की संयोजकता भी एक है, क्लोराइड की भी एक है। ठीक है। मतलब हाइड्रोजन की +1 है, क्लोराइड की -1 है, दोवां ते नैट चार्ज कोई नहीं। तो इस तरह हाइड्रोजन क्लोराइड बन गया, जां इनू आपां हाइड्रोक्लोरिक एसिड भी बोल दें। सिमिलरली हाइड्रोजन सल्फाइड, हुण जे तुसीं इहदे विच देखोगे ये सूत्र बनता है। ठीक है। क्यों भी? क्योंकि हाइड्रोजन की तो एक होंदी है, सल्फाइड की 2 नैगेटिव होंदी है, 2 होंदी है, मतलब 2 नैगेटिव। तो आपां नूं हाइड्रोजन कितनियां लाउणियां पैणगियां 2, तो की बन जूगी H2S। ठीक है। तो आपां नूं हाइड्रोजन 2 लाउणियां पईयां, सल्फाइड 1 लाउणा पिया। ठीक है ना, क्योंकि वो 2 नैगेटिव वैलेंसी है, वो 2 नैगेटिव चार्ज है, तो वो भी +1 चार्ज है। अगे कार्बन टेट्राक्लोराइड CCl4, हम क्लोराइड के की नैगेटिव है भी 1 नैगेटिव चार्ज सी, कार्बन के उत्ते पॉजिटिव चार्ज बनूगा इस हिसाब नाल, कार्बन तो 4 नैगेटिव 4 पॉजिटिव। ठीक है। चलो हुण कितनियां कलोरीनां लाउणियां पैणगियां भी बैलेंस करने वास्ते 4 लाउणियां पैणगियां ना, क्योंकि कार्बन तो C पॉजिटिव 4 पॉजिटिव है, क्लोराइड तो 4 नैगेटिव करना पऊगा, एक नैगेटिव होंदा तो 4 लाने पैणगे, 4 नैगेटिव हो जाऊगा। ठीक है। तो इस तरह ये सूत्र बन गया। एवं एलूमीनियम ऑक्साइड है Al2O3, ये संकेत आ भी सूत्र है। ठीक है। रसायनिक हुण की है भी एलूमीनीयम का की सी, ऑक्सीजन का आप 2 नैगेटिव सी, तो यदा की सी 3 पॉजिटिव। ओके हो गए ना। हम जो इन्हों बैलेंस करेंगे 6 बन जू, इधर भी आप बैलेंस करेंगे +6 बन जूगा ना। इधर करेंगे आप एक ऑक्सीजन तो 2 नैगेटिव चार्ज है, तो 3 तो की हो जू 6 नैगेटिव। एलूमीनीयम तो 1 तो 3 पॉजिटिव चार्ज है, 2 तो कितना हो जूगी 6 पॉजिटिव, 6 पॉजिटिव 6 नैगेटिव, सूत्र बन जूगा। ठीक है। जुड़ जाएंगे। एवं जी आप अगे गल करिए बेटा कैल्शियम ऑक्साइड की। ठीक है। ये एवं भी होंगे, कैल्शियम तो 2 पॉजिटिव चार्ज। ठीक है। ऑक्सीजन तो 2 नैगेटिव चार्ज, जुड़ गई, कैल्शियम ऑक्साइड बन गया। ठीक है। आसान सीगा। इस तरह आप मतलब कोई भी संकेत है जो देख सकते हैं किमें जुड़ता है, किस अनुपात में जुड़ता है, मतलब आपको संयोजकता जी ध्यान में रहनी
ਚਾਹੀਦੀ ਹੈ। ਠੀਕ ਹੈ ਬੇਟਾ। ਅੱਗੇ ਹੈਗਾ ਅਣਵੀ ਪੁੰਜ। ਕਿਸੇ ਪਦਾਰਥ ਦਾ ਅਣਵੀ ਪੁੰਜ ਆ ਜਿਹੜਾ ਉਸ ਵਿੱਚ ਮੌਜੂਦ ਸਾਰੇ ਪਰਮਾਣੂਆਂ ਦਾ ਯੋਗ ਹੁੰਦਾ। ਕਿਸੇ ਵੀ ਪਦਾਰਥ ਦਾ ਜਿਹੜਾ ਅਣਵੀ ਪੁੰਜ ਆ, ਮੰਨ ਲਓ ਆਕਸੀਜਨ ਦਾ ਮੈਂ ਕਹਤਾ ਵੀ ਅਣਵੀ ਪੁੰਜ ਪਤਾ ਕਰੋ, ਤਾਂ ਇਹਦੇ ਵਿੱਚ ਜਿੰਨੇ ਵੀ ਪਰਮਾਣੂ ਨੇ, 2 ਪਰਮਾਣੂ ਨੇ ਨਾ, ਤਾਂ ਉਹ ਦੋਵਾਂ ਦੇ ਪਰਮਾਣੂ ਪੁੰਜ ਦਾ ਕੀ ਹੋਊਗਾ, ਯੋਗ ਹੋਊਗਾ, ਜੋੜ ਹੋਊਗਾ। ਠੀਕ ਹੈ। ਹੁਣ ਜਿਵੇਂ ਆਪਾਂ ਐਗਜ਼ਾਮਪਲ ਲੈਣੇ ਆ, ਪਾਣੀ ਦੇ ਸਾਪੇਖ ਅਣਵੀ ਪੁੰਜ ਦੀ ਗਣਨਾ ਕਰੋ H2O। ਲੈ ਹੁਣੀ ਕੱਢ ਲੈਣੇ ਆਪਾਂ। ਹਾਈਡਰੋਜਨ ਦਾ ਕਿੰਨਾ ਸੀ ਵੀ ਪਰਮਾਣੂ ਪੁੰਜ, 1 ਆ, ਆਪਾਂ ਉਹ ਸਾਰਨੀ 'ਚ ਕੀਤਾ ਸੀ। ਆਕਸੀਜਨ ਦਾ ਕਿੰਨਾ ਸੀ, ਹਾਈਡਰੋਜਨ ਦਾ 1 ਸੀ, ਪਰ ਹਾਈਡਰੋਜਨ ਨਾਲ 2 ਲੱਗੀਆਂ ਹੋਈਆਂ, ਤਾਂ 1 ਗੁਣਾ 2 ਹੋ ਜੂ। ਠੀਕ ਹੈ। ਆਕਸੀਜਨ ਦਾ ਕਿੰਨਾ ਸੀ ਵੀ 8 ਪਰਮਾਣੂ ਸੰਖਿਆ ਸੀ, ਪੁੰਜ ਕਿੰਨਾ ਸੀ 16, ਤਾਂ 2 ਏਕਮ 2, 2 + 16 ਮਤਲਬ ਕਿੰਨਾ ਹੋ ਜੂ ਬੇਟਾ 18U। ਠੀਕ ਹੈ। ਯੂਨਿਟ ਹੋ ਗਈ ਜਿਹੜੀ ਇਹਦੀ, ਤਾਂ ਇਹਦਾ ਅਣਵੀ ਪੁੰਜ ਕਿੰਨਾ ਹੋ ਜੂਗਾ 18U ਹੋ ਜੂਗਾ। ਠੀਕ ਹੈ। ਹਾਈਡਰੋਜਨ ਦਾ 2 ਸੀ, ਉਹਨਾਂ ਦਾ 2U ਹੋ ਗਿਆ। ਆਕਸੀਜਨ ਦਾ 1 ਦਾ 16U, ਟੋਟਲ ਕਿੰਨਾ ਹੋ ਜੂ 18U ਹੋ ਜੂ। ਸਿਮਿਲਰਲੀ HNO3 ਲੈ, ਇਹਨੂੰ ਵੀ ਧਿਆਨ ਨਾਲ ਤੁਸੀਂ ਦੇਖਣਾ, HNO3 ਹਾਈਡਰੋਜਨ ਦਾ ਕਿੰਨਾ ਵੀ 1 ਲੱਗੀ ਹੋਈ 1 ਹੈ। ਨਾਈਟ੍ਰੋਜਨ ਦਾ ਕਿੰਨਾ 1 ਦਾ 14, ਆਕਸੀਜਨ ਕਿੰਨੀਆਂ ਲੱਗੀਆਂ 3, 1 ਦਾ ਕਿੰਨਾ ਹੁੰਦਾ ਵੀ 16। ਠੀਕ ਹੈ। ਆਪਾਂ ਜੋੜ ਦਾਂਗੇ 14 ਤੇ 1 15, 16 ਦੀ 48, 48 ਦੇ ਵਿੱਚ 15 ਜੋੜ ਦਾਂਗੇ, ਆਪਣੇ ਕੋਲ 63U ਆ ਜਿਹੜਾ ਉਹ ਅਣਵੀ ਪੁੰਜ ਆ ਜਿਹੜਾ HNO3 ਦਾ ਆ ਜੂਗਾ। ਠੀਕ ਹੈ। ਨੈਕਸਟ ਆਪਣਾ ਟੋਪਿਕ ਹੈ ਜੀ ਮੋਲ ਕੰਸੈਪਟ। ਇੰਪੋਰਟੈਂਟ ਟੋਪਿਕ ਹੈ। ਇਹਦੇ ਵਿੱਚ ਨੂਮੈਰੀਕਲ ਜਿਹੜਾ ਤੁਹਾਨੂੰ ਆਉਂਦਾ ਉਹ ਆਪਾਂ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ, ਨੂਮੈਰੀਕਲ ਪੋਰਸ਼ਨ ਇਸ ਚੈਪਟਰ ਦਾ। ਪਹਿਲਾਂ ਵਾਲੇ ਪੇਪਰ ਦੇ ਵਿੱਚ ਵੀ ਇਸ ਟੋਪਿਕ ਦੇ ਵਿੱਚ ਨੂਮੈਰੀਕਲ ਆ ਤੁਹਾਨੂੰ ਆਇਆ ਹੋਇਆ ਸੀ। ਮੋਲ ਕੰਸੈਪਟ ਕੀ ਹੁੰਦਾ ਜੀ, ਮੋਲ ਕਿਸੇ ਪਦਾਰਥ ਦੇ 1 ਮੋਲ ਵਿੱਚ ਜਿਹੜੇ ਕਣ ਹੁੰਦੇ ਨੇ, ਉਹ ਪਰਮਾਣੂ, ਅਣੂ ਜਾਂ ਆਇਨ ਜੋ ਵੀ ਹੁੰਦੇ ਨੇ, ਦੀ ਸੰਖਿਆ ਜਿਹੜੀ ਉਹ ਨਿਸ਼ਚਿਤ ਹੁੰਦੀ ਹੈ ਕਿਸੇ ਪਦਾਰਥ ਦੇ, ਜਿਸ ਦਾ ਮਾਨ 6.022 ਗੁਣਾ 10 ਦੀ ਘਾਤ 23 ਹੁੰਦਾ ਹੈ। ਠੀਕ ਹੈ। ਕਿਸੇ ਵੀ ਪਦਾਰਥ ਦੇ ਵਿੱਚ, ਕਿਸੇ ਵੀ ਪਦਾਰਥ ਦੇ 1 ਮੋਲ ਦੇ ਵਿੱਚ ਇੰਨੇ ਕਣ ਹੁੰਦੇ ਨੇ, ਇੰਨੇ ਪਰਮਾਣੂ ਹੁੰਦੇ ਨੇ। ਠੀਕ ਹੈ। 6.022 ਗੁਣਾ 10 ਦੀ ਘਾਤ 23 ਪਰਮਾਣੂ, ਅਤੇ ਇਸ ਨੂੰ ਐਵੋਗੈਡਰੋ ਨੰਬਰ ਵੀ ਕਿਹਾ ਜਾਂਦਾ। ਜਾਂ ਤੁਹਾਨੂੰ ਪੁੱਛ ਲੈਣ ਵੀ ਐਵੋਗੈਡਰੋ ਨੰਬਰ ਦਾ ਮਾਨ ਕੀ ਆ ਵੀ, ਤਾਂ ਤੁਸੀਂ ਕੀ ਲਿਖੋਗੇ 6.022 ਗੁਣਾ 10 ਦੀ ਘਾਤ 23 ਕੀ ਆ ਵੀ ਇਹ ਕਿਸੇ ਪਦਾਰਥ ਦੇ 1 ਮੋਲ ਵਿੱਚ ਮੌਜੂਦ ਕਣਾਂ ਦੀ ਸੰਖਿਆ। ਠੀਕ ਹੈ। ਅੱਗੇ ਆਪਾਂ ਇਹਦੇ ਵਿੱਚ ਡਾਇਗਰਾਮ ਦੇ ਵਿੱਚ ਵੀ ਦੇਖ ਲਓ, ਸਮਝ ਲੈਂਦੇ। ਜੇ ਮੈਂ ਕਹਤਾ ਵੀ ਕਾਰਬਨ ਪਰਮਾਣੂ ਦਾ 1 ਮੋਲ, ਤਾਂ ਉਹਦਾ ਮਤਲਬ ਕੀ ਹੈ ਵੀ ਉਸ 1 ਮੋਲ ਦੇ ਵਿੱਚ ਕਾਰਬਨ ਦੇ ਵਿੱਚ ਕਿੰਨੇ ਕਾਰਬਨ ਦੇ ਪਰਮਾਣੂ ਨੇ 6.022 ਗੁਣਾ 10 ਦੀ ਘਾਤ 23 ਨੇ। ਠੀਕ ਹੈ। ਪੁੰਜ ਕਿੰਨਾ ਵੀ 12, ਅਤੇ 12 ਗ੍ਰਾਮ ਕਾਰਬਨ ਦੇ ਵਿੱਚ ਵੀ ਕਿੰਨੇ ਨੇ, ਸੇਮ ਹੀ ਨੇ। ਠੀਕ ਹੈ। 1 ਮੋਲ ਦਾ ਮਤਲਬ 12 ਗ੍ਰਾਮ। ਠੀਕ ਹੈ। ਨੈਕਸਟ ਹਾਈਡਰੋਜਨ ਦਾ, ਜੇ ਆਪਾਂ 1 ਮੋਲ ਦੀ ਗੱਲ ਕਰ ਰਹੇ ਹਾਂ ਤਾਂ ਹਾਈਡਰੋਜਨ ਦੇ ਵਿੱਚ ਵੀ ਉਨੇ ਹੋਣਗੇ 6.022 ਗੁਣਾ 10 ਦੀ ਘਾਤ 23। ਹਾਈਡਰੋਜਨ ਦਾ 1 ਗ੍ਰਾਮ ਹੁੰਦਾ, ਤਾਂ 1 ਗ੍ਰਾਮ ਦੇ ਹਿਸਾਬ ਨਾਲ 1 ਗ੍ਰਾਮ ਹਾਈਡਰੋਜਨ ਅਤੇ 1 ਮੋਲ, ਤਾਂ ਇਸ ਦੇ ਵਿੱਚ ਕਿੰਨੇ ਹੋਣਗੇ ਵੀ ਐਵੋਗੈਡਰੋ ਨੰਬਰ 6.022 ਗੁਣਾ 10 ਦੀ ਘਾਤ 23 ਪਰਮਾਣੂ ਹੋਣਗੇ। ਐਵੇਂ ਕਿਸੇ ਵੀ ਕਣ, ਪਰਮਾਣੂ ਜਾਂ ਆਇਨ ਦਾ ਕਿਸੇ ਦਾ ਵੀ 1 ਮੋਲ ਹੋਵੇ, ਤਾਂ ਉਹਦੇ ਵਿੱਚ ਕਣਾਂ ਦੀ ਸੰਖਿਆ 6.022 ਗੁਣਾ 10 ਦੀ ਘਾਤ 23 ਹੀ ਹੋਏਗੀ। ਇੱਥੇ ਉੱਧਰ ਇਹਨਾਂ ਦਾ ਸਾਪੇਖ ਪੁੰਜ ਜਿੰਨਾ ਵੀ ਹੋਊਗਾ। ਠੀਕ ਹੈ। ਐਵੇਂ ਜੇ ਆਪਾਂ ਅਣੂਆਂ ਦੀ ਗੱਲ ਕਰ ਲਈਏ, ਹਰੇਕ 'ਤੇ ਲਾਗੂ ਹੁੰਦਾ। ਕਿਸੇ ਵੀ ਅਣੂਆਂ ਦਾ 1 ਮੋਲ, ਉਹਦੇ ਵਿੱਚ ਕਿੰਨੇ ਅਣੂਆਂ ਦੀ ਸੰਖਿਆ ਹੋਊਗੀ, ਐਵੋਗੈਡਰੋ ਨੰਬਰ 6.022 ਗੁਣਾ 10 ਦੀ ਘਾਤ 23 ਅਣੂ ਉਹਦੇ ਵਿੱਚ ਹੋਣਗੇ। ਠੀਕ ਹੈ ਬੇਟਾ। ਜਿਵੇਂ ਆਪਾਂ ਇੱਥੇ ਐਗਜ਼ਾਮਪਲ ਲੈ ਕੇ ਦੱਸਿਆ ਵੀ ਹੋਇਆ, 1U ਹਾਈਡਰੋਜਨ ਵਿੱਚ ਸਿਰਫ 1 ਹਾਈਡਰੋਜਨ ਪਰਮਾਣੂ ਹੁੰਦਾ। ਇੰਪੋਰਟੈਂਟ ਗੱਲ ਆ ਬੇਟਾ। 1U ਮਤਲਬ 1U ਪੁੰਜ ਆ, ਪਰਮਾਣੂ ਪੁੰਜ, ਉਹਦੇ ਵਿੱਚ ਸਿਰਫ 1 ਹਾਈਡਰੋਜਨ ਦਾ ਪਰਮਾਣੂ ਹੈ। ਜਿਵੇਂ ਕਹਤਾ ਵੀ 1 ਗ੍ਰਾਮ ਹਾਈਡਰੋਜਨ ਦੇ ਵਿੱਚ 1 ਮੋਲ ਪਰਮਾਣੂ ਹੋਣਗੇ, ਯਾਨੀ ਕਿ 6.022 ਗੁਣਾ 10 ਦੀ ਘਾਤ ਹਾਈਡਰੋਜਨ 10 ਦੀ ਘਾਤ 23 ਹਾਈਡਰੋਜਨ ਦੇ ਪਰਮਾਣੂ ਹੋਣਗੇ, ਜਿਹੜਾ ਕਿ ਆਪਾਂ ਇੱਥੇ ਵੀ ਗੱਲ ਕਰਕੇ ਹਟੇ ਹਾਂ ਨਾ। ਦੇਖੋ 1 ਮੋਲ ਮਤਲਬ 1 ਗ੍ਰਾਮ ਹਾਈਡਰੋਜਨ ਦੇ ਪਰਮਾਣੂ, ਯਾਨੀ ਕਿ 6.022 ਗੁਣਾ 10 ਦੀ ਘਾਤ 23। ਕਿਸੇ ਵੀ ਆਪਾਂ ਗੱਲ ਕਰ ਲਈਏ, ਠੀਕ ਹੈ, 1U ਦਾ ਸਟੈਂਡਰਡ ਹੈ ਪਰਮਾਣੂ ਪੁੰਜ, ਉਹਦੇ ਵਿੱਚ 1 ਹਾਈਡਰੋਜਨ ਦਾ ਪਰਮਾਣੂ ਹੈ, ਪਰ ਜੇ ਲਿਖਤਾ ਵੀ 1 ਗ੍ਰਾਮ ਤਾਂ ਉਹਦੇ ਵਿੱਚ 1 ਮੋਲ ਪਰਮਾਣੂ ਹੋਣਗੇ, ਯਾਨੀ ਕਿ 1 ਮੋਲ ਦੇ ਵਿੱਚ ਕਿੰਨੇ ਹੁੰਦੇ ਆ ਵੀ ਕਣ 6.022 ਗੁਣਾ 10 ਦੀ ਘਾਤ 23 ਹਾਈਡਰੋਜਨ ਦੇ ਪਰਮਾਣੂ ਹੋਣਗੇ। ਮੋਸਟ ਇੰਪੋਰਟੈਂਟ ਆ ਬੇਟਾ ਇਹ। ਮੋਲਾਂ ਦੀ ਸੰਖਿਆ ਕਿਸੇ ਵੀ
ਪਰਮਾਣੂ ਦੇ ਵਿੱਚ, ਅਣੂ ਦੇ ਵਿੱਚ ਮੋਲ ਕਿੰਨੇ ਨੇ, ਠੀਕ ਹੈ। ਕੋਈ ਵੀ ਸੂਤਰ ਆਪਾਂ ਨੂੰ ਦਿੱਤਾ ਹੋਇਆ, ਆਪਾਂ ਮੋਲ ਕਿਵੇਂ ਪਤਾ ਕਰਨੇ ਨੇ, ਤਾਂ ਆਪਾਂ ਨੂੰ ਜਿਹੜਾ ਵੀ ਪੁੰਜ ਉਹਦਾ ਦਿੱਤਾ ਹੋਇਆ, ਬਟ ਉਹਦਾ ਮੋਲੀਕੂਲਰ ਪੁੰਜ ਕਿੰਨਾ, ਜਿਹੜਾ ਆਪਾਂ ਤੁਹਾਨੂੰ ਕੱਢਣਾ ਸਿਖਾਇਆ ਵੀ ਸੀ, ਉਹਨਾਂ ਦੋਵਾਂ ਨੂੰ ਭਾਗ ਕਰ ਦਾਂਗੇ ਤਾਂ ਆਪਣੇ ਕੋਲ ਮੋਲਾਂ ਦੀ ਸੰਖਿਆ ਆ ਜਾਏਗੀ ਵੀ ਕਿੰਨੇ ਮੋਲ ਨੇ, ਠੀਕ ਹੈ ਬੇਟਾ। ਇਹ ਸੀਗਾ ਆਪਣਾ ਅੱਜ ਦਾ ਚੈਪਟਰ ਡਿਸਕਸ਼ਨ ਐਟਮਸ ਐਂਡ ਮੋਲੀਕਿਊਲ। ਮੈਨੂੰ ਉਮੀਦ ਆ ਤੁਹਾਨੂੰ ਇਹ ਚੈਪਟਰ ਆ ਜਿਹੜਾ ਉਹ ਸਮਝ ਆ ਗਿਆ ਹੋਣਾ। ਬਾਕੀ ਬੇਟਾ ਤੁਸੀਂ ਇਹਨੂੰ ਬੁੱਕ ਤੋਂ ਵਿੱਚੋਂ ਵੀ ਇੱਕ ਵਾਰੀ ਦੇਖ ਲੈਣਾ। ਅਗਲੇ ਪਾਰਟ ਦੇ ਵਿੱਚ ਇਸ ਟੌਪਿਕ ਦੇ ਵਿੱਚੋਂ ਆਪਾਂ ਮਹੱਤਵਪੂਰਨ MCQs ਅਤੇ ਨਮੈਰੀਕਲ ਪੋਰਸ਼ਨ ਆ ਜਿਹੜਾ ਉਹ ਹੱਲ ਕਰਾਂਗੇ। ਥੈਂਕ ਯੂ ਬੇਟਾ।